मैं करता नहीं यार ओए यार ओए बहुत ही सत्कारयोग बेरोजगार ईटी टैट पास अध्यापक साथियों सारिਆਂ ਨੂੰ सत श्री अकाल वाहिगुरू जी का खालसा श्री वाहिगुरू जी की फतेह। सो साथियों ਤੁਹਾਨੂੰ पता ही है कि अपना 6635 ਦਾ मैटर ਜਿਹੜਾ ਹੈ ਉਹ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਹੈ। ਸੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੇ ਵੀ ਜਿਹੜੇ ਆ ਉਹ ਆਰਡਰ ਆਪਣੇ ਪੱਖ ਦੇ ਵਿੱਚ ਆਏ ਹੋਏ ਆ। ਸੋ ਅੱਜ ਦੀ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਆਪਣੀ ਸੁਣਵਾਈ ਸੀਗੀ। ਸੋ ਇੱਥੇ ਮੈਂ ਇੱਕ ਤੁਹਾਨੂੰ ਗੱਲ ਦੱਸ ਦਿਆਂ ਕਿ ਅੱਜ ਜੋ ਆਪਣੀ ਸੁਣਵਾਈ ਹਾਈ ਕੋਰਟ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਬਹੁਤ ਵਧੀਆ ਜਿਹੜਾ ਜੋ ਆਪਣਾ ਮੈਟਰ ਸੀਗਾ ਆਪਣੇ ਵਕੀਲਾਂ ਨੇ ਐਡਵੋਕੇਟ ਜਿਹੜੇ ਹੈਗੇ ਸੀਗੇ ਆਤਮਾਰਾਮ ਚਾਹੇ ਉਹ ਸੈਣੀ ਹੈਗੇ ਸੀਗੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਆਪਦਾ ਪੱਖ ਜਿਹੜਾ ਉਹ ਆਪਣਾ ਰੱਖਿਆ। ਪਰ ਸਾਥੀਓ ਤੁਹਾਨੂੰ ਇੱਥੇ ਇੱਕ ਗੱਲ ਕਰਦੇ ਆ ਕਿ ਜੋ ਆਪਣਾ ਇਸ਼ੂਜ਼ ਸੀਗੇ ਜੋ ਬੀਐਡ ਜਾਂ ਈਟੀਟੀ ਦਾ ਮੈਟਰ ਸੀਗਾ ਤੁਹਾਨੂੰ ਦੱਸ ਦਈਏ ਕਿ ਅੱਜ ਸਟੇ ਟੁੱਟਣ ਦੇ ਪੂਰੇ ਜਿਹੜੇ ਆ ਅਸਾਰ ਸੀਗੇ ਜਿੰਦੇ ਵਿੱਚ ਜੱਜ ਸਾਹਿਬ ਨੇ ਵੀ ਕਹਿਤਾ ਸੀਗਾ ਜੇਕਰ ਸੁਪਰੀਮ ਕੋਰਟ ਸਟੇ ਨਹੀਂ ਕਰ ਰਹੀ ਤਾਂ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਸਟੇ ਨਹੀਂ ਹੋ ਸਕਦਾ ਤਾਂ ਇਹਨਾਂ ਨੂੰ ਆਫਰ ਲੈਟਰ ਜਿਹੜੇ ਆ ਉਹ ਦੇ ਦਿੱਤੇ ਜਾਣੇ ਚਾਹੀਦੇ ਸੀਗੇ। ਸੋ ਅਸੀਂ ਵੀ ਕੋਰਟ ਦੇ ਵਿੱਚ ਸੀਗੇ ਜਦੋਂ ਬਹਿਸ ਜਿਹੜੀ ਉਹ ਹੋ ਰਹੀ ਸੀਗੀ ਤਾਂ ਮੈਂ ਸਾਥੀਓ ਤੁਹਾਨੂੰ ਇੱਥੇ ਦੱਸ ਦਿਆਂ ਕਿ ਇੱਕ ਜੋ ਇਸ਼ੂਜ਼ ਆਪਣੀ 6635 ਦੇ ਵਿੱਚ ਹੈ ਨਹੀਂ ਸੀਗਾ ਪਰੰਤੂ ਭਰਤੀ ਨੂੰ ਲਮਕਾਉਣ ਦੇ ਲਈ ਆਪਣੇ ਐਂਟੀ ਜਿਹੜੇ ਬੀਐਡ ਵੱਲੋਂ ਜਿਹੜੇ ਐਡਵੋਕੇਟ ਜਿਹੜੇ ਉਹ ਖੜੇ ਕੀਤੇ ਹੋਏ ਆ ਤਾਂ ਉਹਨਾਂ ਵੱਲੋਂ ਇੱਕ ਇਹ ਮੈਟਰ ਜਿਹੜਾ ਉਹ ਇਸ਼ੂ ਚੱਕਿਆ ਗਿਆ ਕਿ ਇੱਕ ਇਹ ਪ੍ਰੋਸੈਸ ਜਿਹੜਾ ਜਿਹੜੀ 6635 ਹੈ ਇਸ ਦਾ ਕੰਪਲੀਟ ਜਿਹੜਾ ਬੋਰਡ ਜਿਹੜਾ ਹੈ ਉਹ ਕਮੇਟੀ ਜਿਹੜੀ ਹੈ ਉਹ ਨਹੀਂ ਬਣਾਏਗੀ ਤਾਂ ਸਾਨੂੰ ਜਿਹੜਾ ਉਹ ਸਮਾਂ ਦਿੱਤਾ ਜਾਵੇ ਕਿ ਅਸੀਂ ਜਿਹੜੇ ਤੱਥ ਹੈ ਉਹ ਤੁਹਾਡੇ ਅੱਗੇ ਜਿਹੜੇ ਉਹ ਪੇਸ਼ ਕਰ ਸਕੀਏ। ਸੋ ਸਾਥੀਓ ਇਹਨਾਂ ਗੱਲਾਂ ਦੇ ਕਰਕੇ ਤਾਂ ਜਿਹੜੀ ਅਗਲੀ ਹੀਅਰਿੰਗ ਜਿਹੜੀ ਹੈ ਉਹ 18 ਅਪ੍ਰੈਲ ਜਿਹੜੀ ਹੈ ਉਹ ਪਈ ਹੈ। ਤਾਂ ਸਾਥੀਓ ਬਾਕੀ ਜਿਹੜੇ ਆਰਗੂਮੈਂਟ ਜੋ ਵੀ ਹੈ ਉਹ ਆਪਣੇ ਸਹੀ ਜਿਹੜੇ ਉਹ ਪੇਸ਼ ਕੀਤੇ ਗਏ ਨੇ ਵਕੀਲਾਂ ਵੱਲੋਂ ਕੋਈ ਵੀ ਕਮੀ ਜਿਹੜੀ ਹੈ ਉਹ ਨਹੀਂ ਰੱਖੀ ਗਈ ਤਾਂ ਸਟੇ ਜਿਹੜੀ ਹੈ ਉਹ ਟੁੱਟੂਗੀ। ਘਬਰਾਉਣ ਦੀ ਜ਼ਰੂਰਤ ਨਹੀਂ ਗੀ ਬੀਐਡ ਆਊਟ ਹੋਊਗੀ ਓਨਲੀ ਈਟੀਟੀ ਦੀ ਜਿਹੜੀ ਹੈ ਉਹ ਭਰਤੀ ਹੋਊਗੀ। ਜਿਹੜੇ ਬੀਐਡ ਵੱਲੋਂ ਐਡਵੋਕੇਟ ਕੀਤੇ ਹੋਏ ਸੀਗੇ ਉਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦੇ ਤੱਥ ਨਹੀਂ ਸੀਗੇ ਜਿਹੜੇ ਕਿ ਉਹ ਭਰਤੀ ਨੂੰ ਜਿਹੜਾ ਸਟਕ ਡਾਊਨ ਕਰਦੇ ਜਾਂ ਇਸ ਨੂੰ ਹੋਰ ਅੱਗੇ ਲਮਕਾ ਕੇ ਜਾਂਦੇ। ਪਰ ਸਾਥੀਓ ਤੁਹਾਨੂੰ ਇਹ ਦੱਸ ਦਈਏ ਕਿ ਹੁਣ ਜਿਹੜੀ ਹੈ ਆਉਣ ਵਾਲੀ ਹੀਅਰਿੰਗ ਹੋਏਗੀ ਬੀਐਡ ਤਾਂ ਸਾਥੀਓ ਤੁਸੀਂ ਸਮਝ ਲਓ ਕਿ ਉਹ ਆਊਟ ਹੋ ਚੁੱਕੀ ਹੈ। ਬੀਐਡ ਆਪਣੀ 6635 ਭਰਤੀ ਦੇ ਵਿੱਚ ਕਦੇ ਵੀ ਨਹੀਂ ਆਊਗੀ ਓਨਲੀ ਈਟੀਟੀ ਦੀ ਜਿਹੜੀ ਉਹ ਭਰਤੀ ਹੋਊਗੀ। ਸੋ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਥੀਓ ਆਪਣੀ ਯੂਨੀਅਨ ਦੇ ਸਟੇਟ ਕਾਨੂੰਨੀ ਸਲਾਹਕਾਰ ਜਿਹੜੇ ਆ ਜਰਨੈਲ ਸਿੰਘ ਨਾਗਰਾ ਜੀ ਉਹ ਤੁਹਾਨੂੰ ਡੀਪਲੀ ਜਿਹੜਾ ਇਸ ਬਾਰੇ ਦੱਸਣਗੇ। ਸੋ ਸਾਰੇ ਸਾਥੀਆਂ ਨੇ ਬਹੁਤ ਹੀ ਧਿਆਨ ਦੇ ਨਾਲ ਜਿਹੜੇ ਹੈ ਜਰਨੈਲ ਸਿੰਘ ਨਾਗਰਾ ਦੇ ਜਿਹੜੇ ਉਹ ਵਿਚਾਰ ਸੁਣਨੇ ਆ ਤੇ ਬਾਕੀ ਗੱਲ ਜਿਹੜੀ ਹੈ ਉਹ ਤੁਹਾਡੇ 'ਚ ਬਾਅਦ ਵਿੱਚ ਜਿਹੜਾ ਲਾਈਵ ਹੋ ਕੇ ਅਸੀਂ ਪੂਰੀ ਜਾਣਕਾਰੀ ਹੋਰ ਦੇਵਾਂਗੇ। ਪਰ ਜੋ ਕਾਨੂੰਨੀ ਸਲਾਹਕਾਰ ਸਾਡੇ ਜਰਨੈਲ ਸਿੰਘ ਨਾਗਰਾ ਨੇ ਉਹਨਾਂ ਦੀ ਪਹਿਲਾਂ ਗੱਲ ਤੁਸੀਂ ਸਾਰੇ ਸਾਥੀਆਂ ਨੇ ਧਿਆਨ ਨਾਲ ਸੁਣਨੀ ਹੈ। ਧੰਨਵਾਦ ਸਾਥੀ। ਸਾਰੇ ਬੇਰੁਜ਼ਗਾਰ ਅਧਿਆਪਕ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਥੀਓ ਜਿਵੇਂ ਅੱਜ ਤੁਸੀਂ ਗਰੁੱਪਾਂ ਦੇ ਵਿੱਚ ਦੇਖਿਆ ਕੁਝ ਰਿਕਾਰਡਿੰਗਾਂ ਪੈ ਰਹੀਆਂ ਨੇ ਕਿ ਜਿਹੜੇ ਐਡੇ ਐਡੇ ਸੀਨੀਅਰ ਐਡਵੋਕੇਟ ਕਰੇ ਤੀ ਇੰਨੇ ਮਹਿੰਗੇ ਐਡਵੋਕੇਟ ਕਰੇ ਤੀ ਉਹਨਾਂ ਨੇ ਕਰਿਆ ਕੁਛ ਨਹੀਂ ਸਟੇ ਨਹੀਂ ਟੁੱਟੀ ਤੇ ਜਿਹੜਾ ਮਸਲਾ ਉਹ ਸਾਲਾਂ ਸਾਲਾਂ ਹੀ ਲਟਕਦਾ ਰਹਿਣਾ। ਇੱਥੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਉਹਨਾਂ ਦੀ ਹਾਰ ਹੋ ਚੁੱਕੀ ਹੈ ਤੇ ਉਹ ਹਾਰ ਮੰਨ ਚੁੱਕੇ ਨੇ। ਅੱਜ ਉਹਨਾਂ ਦੀ ਹਾਰ ਹੋ ਚੁੱਕੀ ਆ ਸਟੇ ਟੁੱਟ ਗਈ ਸੀ। ਸਟੇ ਟੁੱਟਣ ਤੋਂ ਬਾਅਦ ਉਹਨਾਂ ਲਵੇ ਜਦੋਂ ਕੋਈ ਚਾਰਾ ਨਹੀਂ ਬਚਿਆ ਸਟੇ ਨੂੰ ਅੱਗੇ ਲਿਜਾਣ ਦਾ ਤਾਂ ਉਹਨਾਂ ਨੇ ਭਰਤੀ ਕੈਂਸਲ ਕਰਾਉਣ ਦਾ ਬੋਰਡ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੀ ਆ। ਇਹ ਤੁਸੀਂ ਉਹਨਾਂ ਤੋਂ ਖੁਦ ਪੁੱਛ ਸਕਦੇ ਹੋ ਕਿ ਉਹਨਾਂ ਨੇ ਭਰਤੀ ਕੈਂਸਲ ਕਰਵਾਉਣ ਦੀ ਕੋਸ਼ਿਸ਼ ਕਰੀ ਆ ਜਾਂ ਨਹੀਂ ਕਰੀ। ਉਹਨਾਂ ਨੇ ਬੋਰਡ ਦੀ ਗੱਲ ਚੱਕੀ ਆ ਬੋਰਡ ਤੇ ਉਹਨਾਂ ਨੇ ਆਰਗੂਮੈਂਟ ਕਰਿਆ ਬੋਰਡ ਤੇ ਉਹਨਾਂ ਨੇ ਗੱਲਾਂ ਕਰੀਆਂ ਨੇ ਕਿ ਜਿਹੜੀ 2364 ਆ ਉਹ ਸਟਕ ਡਾਊਨ ਹੋਊਗੀ 6635 ਵੀ ਸਟਕ ਡਾਊਨ ਕੀਤੀ ਜਾਵੇ। ਪਰ ਆਪਣੇ ਕਾਬਲ ਵਕੀਲਾਂ ਦੇ ਬਦੌਲਤ ਅੱਜ ਉਹ ਭਰਤੀ ਬਚ ਗਈ ਸਟਕ ਡਾਊਨ ਨਹੀਂ ਹੋਈ ਤੇ ਉਹਨਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਤਰੀਕ ਮੰਗੀ ਸੀ ਕਿ 12 ਮਈ ਜਿਹੜੀ 2364 ਦੇ ਵਿੱਚ ਹੈਗਾ ਜਿਹੜਾ ਰਿਵਿਊ ਲੱਗਿਆ ਹੋਇਆ ਉਦੋਂ ਅਗਲੀ ਬਾਅਦ ਦੀ ਤਰੀਕ ਦਿੱਤੀ ਜਾਵੇ।
पर अपने काबल वकीलों के कारण उन्होंने ना तो यह तरीक अगे नहीं मिल सकी हैगी। जी तरीक वो पई 28 अप्रैल हुण इत्थों साबित 18 अप्रैल पई हैगी। इत्थों साबित हो जाता भी उन्होंने जिन्नी कोशिश की उन्होंने बोर्ड का भी बहाना लाया भी ये गलत है। जो उन्होंने साफ ही गल उन्होंने वालों रखी गई है कि जो बोर्ड ही गलत है, जो कोई भर्ती ही गलत आ तो वो BEd एंटर हैगी या नहीं हैगी इहदा बाद दा मुद्दा जो भर्ती गलत आ गई। पहला भर्ती उन्होंने कैंसल कराने तक अज गए ने, सिर्फ अपने वकीलों की मेहनत सदका ये भर्ती अज बच चुकी आ। ठीक है ना, उन्होंने अगे हुण बोर्ड का हवाला दिता, जो उन्होंने फिर भी बोर्ड से भी कोई आर्गूमेंट करने ना मिलिया भी असी ਜਿਹੜੇ अपने वकीलों ने मूरों आर्गूमेंट करे उन्होंने कोई उन्होंने ਜਿਹੜਾ जवाब वो मिल नहीं रहा सी। फिर उन्होंने एंड ते एक जवाब दिता, असी ये तो कहते अपने तत्थ होर देने चाहुंदे आ, ਜਿਹੜਾ ਇਹ बोर्ड है ये गलत हैगा। इस आधार पर उन्होंने जी तरीक आ गई वो 18 अप्रैल मिली हैगी। ठीक है ना, उन्होंने ये तरीक की जी 12 मई तो बाद लैन की कोशिश करी आ पर उन्होंने कुछ भी नहीं मिला। जी उन्होंने तो यह झलक उन्होंने हारन की वो तुसीं रिकॉर्डिंग जो साफ देख सकते हो। ये जिन्ने वो इन्नी घटिया करतूत तक पहुँच गए कि उन्होंने भर्ती कैंसल कराने की गल रखती। उन्होंने इत्थे तक नहीं उन्होंने सोचा कि ये भर्ती जी बोर्ड आ ये बोर्ड कला 2364 या 6835 वास्ते नहीं है, जिन्नियां BEd दी भर्तियां ने उन्होंने सारिया वास्ते बोर्ड यह बनया होया। जिहड़ा वो काम कर रहे हैं गे ये सारिया भर्ती खराब करने का काम कर रहे हैं। ना उन्होंने आपका नंबर अज आवे ना आवे कल नूं, सिर्फ उन्होंने भर्ती कैंसल करवाने लई वो कल्ली ETT के दोषी नहीं है, वो BEd जा जी NTT पोस्टां ने उन्होंने भी दोषी ने, क्योंकि बोर्ड उन्होंने भी यही आ ये इनडायरैक्ट वे नाल उन्होंने भी नुकसान पहुँचा रहे हैं। ये तुसीं उन्होंने खुद पुछ लो भी तुसीं बोर्ड की गल रखी है या ना रखी आ। हुण जिहड़ा समझौता गल करन दी करदे ने वो सिर्फ बोर्ड की गल करके भर्ती कैंसल दी धमकियां दे के सिर्फ समझौते ते आउंदे ने। उन्होंने पता सी भी हार चुक्या। उन्होंने अज जिहड़ा आपदा आखिरी हथ कंडा दी वो अपना लिया, उन्होंने आपकी फेलीयर साबित करती, इंसानियत ही उन्होंने खूह के खाते डेगती, क्योंकि उन्होंने बोर्ड एक जो बोर्ड चैलेंज करना थी उन्होंने अज वो करेगा। उन्होंने बोर्ड की गल रखी है, 2364 रिव्यू की गल रखी है। ये जो बोर्ड आ ਇਹਦਾ नुकसान कला ETT ਨੂੰ नहीं है, जिन्नियां भी BEd ਦੀਆਂ ਭਰਤੀਆਂ आईयां ਹੋਈਆਂ ने वो सारियां इस बोर्ड नहीं ਕੱਢੀਆਂ ਹੋਈਆਂ ने। ये खुद उन्हों का सारे BEd का भी नुकसान कर रहे हैं। ये सिर्फ 4-5 बंदे ने। ठीक है ना, ਜਿਹੜੇ शरारती अनसर ने इन्हों तो आप ना लग्या जाना ना ये लगन ना ही ETT लगन ना BEd वालों BEd की पोस्ट से लगन देना, क्योंकि उन्होंने भी जोड़ा ये टोआ पट रहे हैं। हुण तुसीं इन्हां दी करतूतां आप देख लो, इन्हां तों आप सवाल पुछ लो भी तुहाडे वकीलां वल्लों ये गल्लां रखीआं गईआं ने, भर्ती स्टक डाउन की गल रखी गई आ, जिहड़ा उन्होंने रिव्यू 12 तरीक की उदों बाद चों डेट लैण दी जिहड़ी गल ओह रखी गई आ, पर इन्हां नूं सफलता कख भी नहीं मिली ना इन्हां नूं मिले। साथियों लोड़ आ गई हुण एका बना के लड़ो, इत्थे जित्तिआ तां जित्तांगे अगला मोर्चा भी। चाहे ये रूल कुछ भी रूल चैलेंज करना, चाहे ये बोर्ड नूं चैलेंज करना, मिलना इन्हों कख नहीं है। इन्होंने करना की आ, ना इन्होंने BEd वाले लगन देने ना इन्होंने NTT वाले लगन देने ना इन्होंने ETT वाले लगन देने। इन्हों के पल्ले की आ सिर्फ बोर्ड चैलेंज करना थी, इन्होंने वो करता, उत्थे भी इन्हों कोई सफलता नहीं मिली। सिर्फ अपने काबल वकीलों के कारण ये जिहड़ा है भर्ती बची हैगी। यही काबल वकील BEd दी भर्ती भी बचाउणगे, NTT दी भर्ती भी बचाउणगे, ETT दी भी भर्ती भी बचाउणगे, पर इन्हां दे काबल जिहड़े वकील ने वो लख कोशिश कर लैण वो कोई भर्ती का कदे नुकसान नहीं कर सकते। असी पूरी कोशिश करांगे भी 18 तरीक नूं जिहड़ा बोर्ड वाला मैटर आ ये पूरी तरह सॉल्व हो जाए। साडी डिपार्टमेंट नाल भी हुण गल चली आ, इस तो असीं आपदे वकीलां नाल जिहड़ी उन्हां नाल भी ये गल करना चाहुंदे आ। हुण एक फर्ज साथियों सोडा बनदा, तुसीं इन्हां नूं पुछो भी तुसीं ये घटिया हरकत करी क्यों आ। चाहे वो BEd वाला होवे NTT वाला होवे, तुसीं बोर्ड चैलेंज करे कि BEd दी पोस्टां किसी होर बोर्ड ने कड्डियां ने, तुसीं खुद इन्हां तो सवाल पुछो भी इन्नियां घटिया हरकत तुसीं करके मैं सकदे एक पढ़े लिखे इंसान होण करके। सो साथियों इस तों बाद जो तुहानूं अगली गल आ वो निर्मल जीरा जी दस्सणगे। वाहिगुरू जी का खालसा वाहिगुरू जी की फतेह। साथियों अज कोर्ट दे विच जो भी मसला होया उस बारे तुहानूं प्रधान जी ते अपने जरनैल नागरा जी सारा दस के ही गए ने कि जदों ओपोजिशन इदां भर्ती नूं ढाह लाउण दी जिहड़ी कोशिश आ वो ओपोजिशन वल्लों कीती जा रही आ, तां साथियों हुण इत्थे लोड़ एका बनाउण दी आ, इन्हां शरारती अनसरां नूं नत्थ पाउण दी आ कि जिहड़े बड़ी जद्दोजहद तो बाद लईआं भर्तियां नूं एक भंग दे भाणे रोलण की कोशिश की जा रही आ। वो
ਜਿਹੜੀਆਂ ਦਲੀਲਾਂ ਨੇ, ਜਿਹੜਾ ਕੇਸ ਦੇ ਵਿੱਚ ਕੋਈ ਮਸਲਾ ਨਹੀਂ ਹੈਗਾ, ਉਸ ਨੂੰ ਉਭਾਰ ਕੇ ਤੇ ਕਿੱਦਾਂ ਭਰਤੀਆਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜੇਕਰ ਬੋਰਡ ਦੀ ਗੱਲ ਵਾਰ-ਵਾਰ ਇਹਨਾਂ ਐਡਵੋਕੇਟ ਵੱਲੋਂ ਕੀਤੀ ਜਾਂਦੀ ਆ ਤਾਂ ਪਿਛਲੇ 5 ਸਾਲਾਂ ਦੇ ਵਿੱਚ ਚਾਹੇ 10 ਸਾਲਾਂ ਦੇ ਵਿੱਚ ਜਿੰਨੀਆਂ ਭਰਤੀਆਂ ਹੋਈਆਂ ਤਾਂ ਉਹ ਡਾਇਰੈਕਟਰ ਆਫ ਬੋਰਡ ਜੋ ਅੱਜ ਭਰਤੀਆਂ ਕਰ ਰਿਹਾ ਉਸੇ ਨੇ ਕੀਤੀਆਂ ਨੇ ਤੇ ਅੱਗੇ ਵੀ ਜਿਹੜੀਆਂ ਭਰਤੀਆਂ ਪ੍ਰੋਸੈਸ ਦੇ ਵਿੱਚ ਨੇ, ਜਿਨ੍ਹਾਂ ਦਾ ਪੇਪਰ ਰਹਿੰਦਾ, ਉਹ ਵੀ ਇਹੀ ਬੋਰਡ ਭਰਤੀ ਕਰ ਰਿਹਾ। ਆ ਇੱਕ ਬਹੁਤ ਉਹਨਾਂ ਨੇ ਜਦੋਂ ਚਾਰੇ ਪਾਸਿਓਂ ਹਾਰ ਮਿਲਦੀ ਵੇਖੀ ਤਾਂ ਅੱਜ ਸਟੇ ਟੁੱਟਣ ਤੋਂ ਜਦੋਂ ਐਨ ਕੰਢੇ ਤੇ ਸੀ, ਜਿਸ ਤਰ੍ਹਾਂ ਪ੍ਰਧਾਨ ਜੀ ਦੱਸ ਕੇ ਗਏ, ਤੇ ਵਾਕਿਆ ਹੀ ਉਹ ਗੱਲ ਸਹੀ ਸੀ। ਉਹਨਾਂ ਐਨ ਮੌਕੇ ਤੇ ਐਂਡ ਤੇ ਇਹ ਪੁਆਇੰਟ ਜਿਹੜਾ ਉਹ ਉਠਾਇਆ। ਤਾਂ ਸਾਥੀਓ, ਹੁਣ ਤੁਹਾਡੇ ਏਕੇ ਦਾ ਸਬੂਤ ਆ, ਤੁਸੀਂ ਇਹਨਾਂ ਤੋਂ ਸਵਾਲ ਪੁੱਛਣੇ ਆ, ਏਕਾ ਬਣਾ ਕੇ ਰੱਖਣਾ। ਆਉਣ ਵਾਲੇ ਟਾਈਮ 'ਚ ਇਹ ਜਿਹੜਾ ਜੋ ਵੀ ਇਹਨਾਂ ਕੀਤਾ, ਇਹ 18 ਅਪ੍ਰੈਲ ਨੂੰ ਇਹਨਾਂ ਦਾ ਮੂੰਹ ਤੋੜਵਾ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਤੁਸੀਂ ਏਕਾ ਬਣਾ ਕੇ ਰੱਖੋ, ਕਿਸੇ ਨਾਲ ਗਰੁੱਪਾਂ ਦੇ ਵਿੱਚ ਬੈਸਣ ਦੀ ਲੋੜ ਨਹੀਂ। ਜਿਹੜੇ ਮਾਮਲੇ ਆ ਜੇ ਅਦਾਲਤਾਂ ਦੇ ਵਿੱਚ ਚੱਲਦੇ ਆ ਤਾਂ ਉਹ ਨਿਬੜਦੇ ਥੋੜਾ ਕਈ ਵਾਰੀ ਟਾਈਮ ਲੱਗਦਾ, ਤਾਂ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ। ਜਿੱਥੇ ਆਪਾਂ ਥੋੜਾ ਸਮਾਂ ਪਹਿਲਾਂ ਬਤਾਇਆ ਹੈ ਕਿ ਟੈਨਸ਼ਨਾਂ ਦੇ ਵਿੱਚ, ਬੇਚੈਨੀਆਂ ਦੇ ਵਿੱਚ ਸਮਾਂ ਬੀਤਦਾ, ਅੱਜ ਵੀ ਸਾਰੇ ਸਾਥੀਆਂ ਦੀ ਨਿਗਾਹ ਅੱਜ ਦੀ 30 ਤਰੀਕ ਤੇ ਸੀ। ਪਰ ਨਿਰਾਸ਼ਾ ਉਦੋਂ ਹੱਥ ਲੱਗੀ ਜਦੋਂ ਇਹਨਾਂ ਵੱਲੋਂ ਇੱਕ ਘਟੀਆ ਚਾਲ ਚੱਲ ਕੇ ਇਸ ਦੀ ਤਰੀਕ ਅੱਗੇ ਪਈ ਗਈ। ਪਹਿਲਾਂ ਇਸ ਦੀ ਤਰੀਕ ਹੋਰ ਅੱਗੇ ਲੈਣਾ ਚਾਹੁੰਦੇ ਸੀ, ਉਹ ਤਾਂ ਘੱਟੋ ਘੱਟ 1.5 ਮਹੀਨੇ ਦੀ ਤਰੀਕ ਮੰਗ ਰਹੇ ਸੀ। ਜੇਕਰ ਕਿਤੇ ਆਪਾਂ ਨੂੰ ਹਾਰ ਦਾ ਕਾਰਨ ਆਪਾਂ ਹਾਰਦੇ ਦਿਸਦੇ, ਆਪਾਂ ਤਰੀਕ ਲੰਮੀ ਤਾਂ ਮੰਗਦੇ ਆ। ਜੇਕਰ ਆਪਾਂ ਜਿੱਤ ਵੱਲ ਨੂੰ ਹੋਈਏ ਤੇ ਆਪਾਂ ਤਰੀਕ ਨੇੜੇ ਮੰਗਦੇ ਆ। ਤੇ ਅੱਜ ਬੀਐਡ ਨੇ, ਉੱਥੇ ਬੀਐਡ ਦੇ ਸਾਥੀਆਂ ਵੱਲੋਂ, ਜਿਹੜੀ ਬੀਐਡ ਦੇ ਐਡਵੋਕੇਟ ਵੱਲੋਂ ਅੱਜ ਜਿਹੜੀ ਤਰੀਕ ਆ ਲੰਮੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਜੱਜ ਸਾਹਿਬ ਨੇ ਜਿਹੜੀ ਤਰੀਕ ਤਾਂ ਨੇੜੇ ਦੇ ਦੇਣੀ ਸੀ, ਪਰ 18 ਤਰੀਕ ਛੁੱਟੀਆਂ ਨੂੰ ਮੁੱਖ ਰੱਖ ਕੇ, ਕੁਛ 17 ਤਰੀਕ ਤੱਕ ਛੁੱਟੀਆਂ ਹੋਣ ਕਰਕੇ ਜਿਹੜੀ 18 ਤਰੀਕ ਆ ਉਹ ਜੱਜ ਸਾਹਿਬਾਨ ਵੱਲੋਂ ਦਿੱਤੀ ਗਈ ਆ। ਤਾਂ ਸਾਥੀਓ, ਏਕਾ ਬਣਾ ਕੇ ਰੱਖੋ, ਘਬਰਾਉਣ ਦੀ ਲੋੜ ਨਹੀਂ, ਭਰਤੀਆਂ ਪੂਰੀਆਂ ਹੋਣਗੀਆਂ। ਜਿਹੜਾ ਇਹਨਾਂ ਨੇ ਅੱਜ ਨਵਾਂ ਸਵਾਲ ਖੜਾ ਕੀਤਾ, ਉਹਦਾ ਜਵਾਬ ਵੀ ਜਿਹੜਾ ਬੜੀ ਜਲਦੀ ਆ ਉਹ ਦਿੱਤਾ ਜਾਊਗਾ। ਤੇ ਜੇ ਕੋਈ ਵੱਧ ਘੱਟ ਬੋਲਿਆ, ਖਿਮਾ ਦਾ ਜਾਚਕਾਂ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਇਸ ਤੋਂ ਬਾਅਦ ਮੈਂ ਸ਼ੈਲਿੰਦਰ ਕੰਬੋਜ ਜੀ ਨੂੰ ਕਹਾਂਗੇ ਆਪਦੇ। ਹਾਂਜੀ, ਬਹੁਤ ਹੀ ਸਤਿਕਾਰਯੋਗ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀਓ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਥੀਓ, ਨਿਰਾਸ਼ ਨਹੀਂ ਹੋਣਾ, ਸਾਰਿਆਂ ਨੇ ਜਿਹੜਾ ਹੈਗਾ ਉਹ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈਗਾ। ਬਹੁਤ ਹੀ ਉਹ ਸਮਾਂ ਆਪਣਾ ਨਜ਼ਦੀਕ ਆਉਣੇ ਵਾਲਾ ਹੈਗਾ ਜਦੋਂ ਤੁਸੀਂ ਸਾਰੇ ਜਿਹੜੇ ਹੈ ਉਹ ਸਕੂਲਾਂ ਦੇ ਵਿੱਚ ਹੋਵੋਗੇ। ਔਰ ਅੱਜ ਇੱਥੇ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਤੁਸੀਂ ਆਪਾਂ ਪਿੱਛੇ ਦੇਖ ਰਹੇ ਹੈਗੇ ਸੀਗੇ ਕਿ ਇੱਕ ਸਾਡੇ ਸਾਥੀਆਂ ਵੱਲੋਂ ਵੀ ਜਿਹੜਾ ਹੈਗਾ ਇੱਕ ਉਹ ਚੱਲ ਰਿਹਾ ਸੀਗਾ ਕਿ ਹਾਂ 2364 ਜਿਹੜੀ ਹੈਗੀ ਹੈ ਉਹ ਯੂਨੀਅਨ ਚਿਹਰਾ ਜਿਹੜਾ ਹੈਗਾ ਉਹ ਬੰਦਿਆਂ ਦਾ ਜਿਹੜਾ ਹੈਗਾ ਉਹ ਬੇਨਕਾਬ ਹੋਇਆ। ਤਾਂ ਅੱਜ ਸਾਥੀਓ, ਆਪਣੀ ਜਿਹੜੀ ਕੋਰਟ ਦੇ ਵਿੱਚ ਹੀਅਰਿੰਗ ਚੱਲ ਰਹੀ ਸੀਗੀ, ਉਸ ਦੇ ਵਿੱਚ ਸੂਬਾ ਪ੍ਰਧਾਨ ਦੀਪਕ ਕੰਬੋਜ, ਕਾਨੂੰਨੀ ਸਲਾਹਕਾਰ ਜਰਨੈਲ ਨਾਗਰਾ ਔਰ ਮੈਂ, ਅਸੀਂ ਤਿੰਨੋਂ ਜਿਹੜੇ ਹੈਗੇ ਆ ਉਹ ਕੋਰਟ ਦੇ ਵਿੱਚ ਪ੍ਰੈਜ਼ੈਂਟ ਹੈਗੇ ਸੀਗੇ, ਅੰਦਰ ਜਿੱਥੇ ਹੀਅਰਿੰਗ ਹੋ ਰਹੀ ਸੀਗੀ। ਡਬਲ ਬੈਂਚ ਤੇ ਆਪਣਾ ਕੇਸ ਆਲਰੇਡੀ ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ। ਤਾਂ ਬੜੇ ਸੋਹਣੇ ਤਰੀਕੇ ਦੇ ਨਾਲ ਆਪਣੇ ਜਿਹੜੇ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਵਕੀਲ ਹੈਗੇ ਆ ਸ਼੍ਰੀ ਆਤਮਾ ਰਾਮ ਜੀ ਜਿਹੜੇ ਹੈਗੇ ਸਾਡੇ, ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਜ ਉਹ ਪੈਰਵਾਈ ਕਰੀ। ਔਰ ਸੈਣੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਵੀ ਦੂਸਰੇ ਐਂਡ ਤੇ ਜਿਹੜਾ ਹੈਗਾ ਉਹਨਾਂ ਦੇ ਨਾਲ ਬਹੁਤ ਸੋਹਣੀ ਜਿਹੜੀ ਹੈ ਉਹ ਭੂਮਿਕਾ ਨਿਭਾਈ। ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਆਪਣੇ ਆਰਗੂਮੈਂਟ ਜਿਹੜੇ ਆ ਪੇਸ਼ ਕਰੇ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਪੰਜਾਬ ਦੇ ਏਜੀ ਸਾਹਿਬ ਪੇਸ਼ ਹੋਏ ਜਾਂ ਨਹੀਂ ਹੋਏ, ਤਾਂ ਡਿਪਟੀ ਏਜੀ ਔਰ ਸਰਕਾਰੀ ਵਕੀਲ ਜਿਹੜੇ ਹੈਗੇ ਸੀਗੇ ਡਿਪਾਰਟਮੈਂਟ ਦੇ ਵੱਲੋਂ, ਤਾਂ ਸਰਕਾਰ ਵੀ ਜਿਹੜੀ ਹੈਗੀ ਆ ਸਾਥੀਓ ਉਹ ਤੁਹਾਡੇ ਹੁਣ ਪੂਰੇ ਹੱਕ ਦੇ ਵਿੱਚ ਭੁਗਤੀ ਹੈ। ਸੋ ਗਰੁੱਪਾਂ ਦੇ ਵਿੱਚ ਆਪਾਂ ਨੂੰ ਪਹਿਲਾਂ ਕਿਆਸ ਰਾਈਆਂ ਲਾ ਕੇ ਕੁਝ ਵੀ ਗਲਤ ਜਿਹੜਾ ਹੈਗਾ ਉਹ ਨਹੀਂ ਬੋਲਣਾ ਚਾਹੀਦਾ, ਜਾਂ ਆਪਾਂ ਕਹਿ ਲਓ ਆਪਾਂ ਬੜਾ ਲੇਟ ਚੱਲ ਰਹੇ ਸੀ ਕਿਉਂਕਿ ਕੁਝ ਆਪਣੇ ਕਹਿ ਲਓ ਮਨ ਦੇ ਹਾਲਾਤ ਹੀ ਇਹੋ ਜਿਹੇ ਹੈਗੇ ਆ। ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰਦਿਆਂ ਤਰੀਕ ਤੇ ਤਰੀਕ ਪੈਣੇ ਦੀ ਵਜ੍ਹਾ ਕਰਕੇ ਨਿਰਾਸ਼ਾ ਜ਼ਰੂਰ ਆਉਂਦੀ ਹੈਗੀ ਹੈ। ਔਰ ਅਸੀਂ ਨਿਰਾਸ਼ ਹੋ ਕੇ ਜਿਹੜਾ ਇਹ ਸਭ ਕੁਝ ਬੋਲਦੇ ਆ।
ਤਾਂ ਐਵੇਂ ਦੀ ਕੋਈ ਗੱਲ ਨਹੀਂ ਹੈ। ਹੁਣ ਉਹ ਸਮਾਂ ਬਹੁਤ ਨਜ਼ਦੀਕ ਆ ਗਿਆ ਕਿ ਦੇਖੋ ਤੁਹਾਨੂੰ ਡਿਟੇਲ ਦੇ ਵਿੱਚ ਆਪਣੇ ਪਹਿਲੇ ਤਿੰਨੋਂ ਬੁਲਾਰਿਆਂ ਨੇ ਉਹ ਸਾਰੀ ਗੱਲ ਦੱਸਤੀ ਹੈ ਕਿ ਅੱਗੇ ਜਿਹੜਾ ਹੈਗਾ ਉਹ ਨੈਕਸਟ ਹੋਣੇ ਵਾਲਾ ਕੀ ਹੈਗਾ। ਸੋ ਅੱਜ ਬੀਐਡ ਜਿਹੜੀ ਹੈਗੀ ਆ ਪੂਰੀ ਬੈਕਫੁੱਟ ਤੇ ਬੀਐਡ ਜਿਹੜੀ ਆ ਉਹ ਅੱਜ ਬਾਹਰ ਹੋ ਗਈ ਹੈ। ਸਟੇ ਜਿਹੜਾ ਹੈਗਾ ਉਹ ਟੁੱਟ ਗਿਆ ਸੀਗਾ, ਲੇਕਿਨ ਐਟ ਲਾਸਟ ਤੇ ਜਿਹੜਾ ਹੈਗਾ ਉਹ ਭਰਤੀ ਨੂੰ ਜਿਹੜਾ ਰੋਲਣੇ ਦੇ ਵਾਸਤੇ ਜਿਹੜਾ ਲਾਸਟ ਦਾ ਜਿਹੜਾ ਆਪਾਂ ਕਹਿੰਦੇ ਹੈਗੇ ਆ ਉਹ ਅੱਜ ਓਪੋਜੀਸ਼ਨ ਦੇ ਜਿਹੜੇ ਸਾਥੀ ਹੈਗੇ ਆ ਉਹਨਾਂ ਦੇ ਵੱਲੋਂ ਜਿਹੜਾ ਉਹ ਦਾ ਜਿਹੜਾ ਉਹ ਅੱਜ ਖੇਡ ਲਿਆ ਗਿਆ ਹੈਗਾ। ਸੋ ਕੋਈ ਗੱਲ ਨਹੀਂ ਹੈ, ਰੱਬ ਦੀ ਰਜ਼ਾ ਹੈ, ਬਾਬੇ ਨਾਨਕ ਦੀ ਰਜ਼ਾ ਹੈਗੀ ਆ। ਅਸੀਂ ਉਹਦਾ ਭਾਣਾ ਜਿਹੜਾ ਅੱਜ ਫਿਰ ਮੰਨ ਲਿਆ ਹੈਗਾ। ਤਾਂ ਅੱਗੇ ਜਿਹੜਾ ਅਸੀਂ ਸਰਬੱਤ ਦੇ ਭਲੇ ਦੀ ਜਿਹੜੀ ਹੈ ਅਸੀਂ ਪਹਿਲਾਂ ਤੋਂ ਵੀ ਦੁਹਾਈ ਜਿਹੜਾ ਉਹ ਦਿੰਦੇ ਆਏ ਹੈਗੇ ਆ ਔਰ ਦਿੰਦੇ ਰਹਾਂਗੇ। ਕਹਿਣੀ ਔਰ ਕਰਨੀ ਜਿਹੜੀ ਹੈ ਸਾਡੀ ਪਹਿਲੇ ਦਿਨ ਤੋਂ ਹੀ ਜਿਹੜੀ ਹੈ ਉਹ ਇੱਕ ਹੀ ਰਹੀ ਹੈਗੀ ਹੈ। ਸੋ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ 66-35 ਦੇ ਨਾਲ ਜਿਹੜੀ ਹੈ ਉਹ 2364 ਵੀ ਜਿਹੜੀ ਹੈਗੀ ਉਹ ਤੁਹਾਨੂੰ ਜਿਹੜਾ ਉਹ ਸਿਰੇ ਚੜ੍ਹਦੀ ਹੋਈ ਜਿਹੜੀ ਉਹ ਦਿਖਾਈ ਦੇਊਗੀ। ਸਿਰਫ ਗੱਲ ਜਿਹੜੀ ਹੈ ਉਹ ਸਿਰਫ ਮਹੀਨੇ ਔਰ 2 ਮਹੀਨੇ ਦੀ ਹੈਗੀ ਹੈ। ਮਈ ਦੇ ਵਿੱਚ ਜਿਹੜੀਆਂ ਤੁਹਾਡੀਆਂ ਸੋ ਸਾਥ ਵਿਸ਼ਵਾਸ ਔਰ ਏਕਾ ਜਿਹੜਾ ਸਾਰੇ ਜਿਹੜੇ ਆ ਈਟੀਟੀ ਵਾਲੇ ਬੇਰੁਜ਼ਗਾਰ ਸਾਥੀ ਜਿਹੜੇ ਉਹ ਬਣਾ ਕੇ ਰੱਖੋ। ਔਰ ਨਵਾਂ ਨੋਟੀਫਿਕੇਸ਼ਨ ਵੀ ਜਿਹੜਾ ਹੈਗਾ ਸਾਥੀਓ ਇਸੇ ਤਰ੍ਹਾਂ ਤੇ ਹੀ ਹੋਣਾ ਹੈਗਾ। ਸੋ ਆਪਾਂ ਨੇ ਜਿਹੜਾ ਹੈਗਾ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਆਪਣੀ ਪਹਿਲਾਂ ਹੈਗੀ ਸੀਗੀ ਉਹ ਹੁਣ ਵੀ ਤੁਸੀਂ ਬਣਾ ਕੇ ਰੱਖਣੀ ਹੈਗੀ ਹੈ ਔਰ ਪੂਰਾ ਵਿਸ਼ਵਾਸ ਰੱਖਣਾ ਹੈਗਾ ਸਾਰਿਆਂ ਨੇ। ਸੋ ਇਹ ਸੀਗੀ ਅੱਜ ਦੀ ਓਵਰਆਲ ਜਿਹੜੀ ਆਪਣੇ ਸਾਥੀ ਜਿਹੜੇ ਆ ਉਹ ਪਹਿਲਾਂ ਆਏ ਹੋਏ ਸੀਗੇ। ਆਪਣੀ ਸਾਰੀ ਸਟੇਟ ਟੀਮ ਦੇ ਆਗੂ ਸਾਹਿਬਾਨ ਵੀ ਪਹੁੰਚੇ ਹੋਏ ਸੀਗੇ। ਅੱਜ ਅਸੀਂ ਫਿਜ਼ੀਕਲ ਹੀਅਰਿੰਗ ਦੇ ਵਿੱਚ ਖੁਦ ਕੋਰਟ ਦੇ ਵਿੱਚ ਰਹਿ ਕੇ ਆਪਣੀ ਅੱਖੀ ਜੋ ਹੈ ਉਹ ਦੇਖਿਆ ਔਰ ਕੰਨੀ ਜੋ ਸੁਣਿਆ ਉਹ ਤੁਹਾਨੂੰ ਸੁਣਾਇਆ ਹੈਗਾ। ਜੋ ਅੱਖੀ ਦੇਖਿਆ ਜੋ ਕੰਨੀ ਸੁਣਿਆ ਦੀਪਕ ਜੀ ਔਰ ਜਰਨੈਲ ਜੀ ਔਰ ਮੈਂ ਅਸੀਂ ਤਿੰਨੋਂ ਜਿਹੜਾ ਹੈਗਾ ਉਹ ਅਸੀਂ ਕੋਰਟ ਦੇ ਵਿੱਚ ਮੌਜੂਦ ਹੈਗੇ ਸੀਗੇ ਔਰ ਬੜੇ ਸੋਹਣੇ ਤਰੀਕੇ ਦੇ ਨਾਲ ਅੱਜ ਸਾਡੇ ਸੀਨੀਅਰ ਵਕੀਲ ਨੇ ਜਿਹੜਾ ਉਹ ਪੈਰਵਾਈ ਕੀਤੀ ਔਰ ਮੈਂ ਉਹਨਾਂ ਦੇ ਨਾਲ ਦੂਸਰੇ ਐਂਡ ਤੇ ਜਿਹੜਾ ਹੈਗਾ ਸੈਣੀ ਸਾਹਿਬ ਔਰ ਜਿਹੜਾ ਡਿਪਾਰਟਮੈਂਟ ਦੇ ਵੱਲੋਂ ਵੀ ਜਿਹੜਾ ਹੈਗਾ ਬਹੁਤ ਵਧੀਆ ਡਿਪਟੀ ਏਜੀ ਵੱਲੋਂ ਔਰ ਜਿਹੜੇ ਆਪਣੇ ਸਰਕਾਰੀ ਵਕੀਲ ਹੈਗੇ ਸੀਗੇ। ਤਾਂ ਓਵਰਆਲ ਜਿਹੜਾ ਉਹ ਅੱਜ ਬੀਐਡ ਬਾਹਰ ਹੋ ਚੁੱਕੀ ਹੈਗੀ ਹੈ ਅਕੋਰਡਿੰਗ ਟੂ ਅੱਜ ਦੀ ਜਿਹੜੀ ਬਹਿਸ ਹੈਗੀ ਸੀਗੀ ਔਰ ਸਟੇ ਲਗਭਗ ਜਿਹੜਾ ਉਹ ਟੁੱਟ ਚੁੱਕਿਆ ਸੀਗਾ। ਲੇਕਿਨ ਲਾਸਟ ਮੋਮੈਂਟ ਤੇ ਆ ਕੇ ਉਹੀ ਬੋਰਡ ਦਾ ਹਵਾਲਾ ਦੇ ਕੇ ਜਿਹੜਾ ਉਸ ਤੇ ਵੀ ਜਦੋਂ ਵਿਰੋਧੀ ਵਕੀਲਾਂ ਨੂੰ ਜਦੋਂ ਕੋਈ ਆਰਗੂਮੈਂਟ ਨਹੀਂ ਸੁਝੇ ਤਾਂ ਉਹਨਾਂ ਨੇ ਮਈ ਤੋਂ ਬਾਅਦ ਦੀ ਜਿਹੜੀ ਡੇਟ ਲੈਣੇ ਦੀ ਜਿਹੜੀ ਅਪੀਲ ਕੀਤੀ ਉਹ ਵੀ ਉਹਨਾਂ ਨੂੰ ਨਹੀਂ ਮਿਲੀ। ਸੋ 18 ਅਪ੍ਰੈਲ ਹੈ ਤਾਂ 18 ਅਪ੍ਰੈਲ ਦੇ ਵਾਸਤੇ ਆਪਣੀ ਜਿਹੜੀ ਸਟੇਟ ਟੀਮ ਹੈ ਉਹ ਹੁਣੇ ਤੋਂ ਜਿਹੜਾ ਹੈ ਉਹ ਅੱਗੇ ਦਾ ਜਿਹੜਾ ਕੰਮ ਹੈ ਉਹ ਕਰਨ ਜਾ ਰਹੀ ਹੈ। ਔਰ ਇੱਕ ਰਿਕੁਐਸਟ ਹੈ ਕਿ ਅੱਜ ਦਾ ਦਿਨ ਜਿਹੜਾ ਤੁਸੀਂ ਉਰੇ ਦੀਪਕ ਜੀ ਹੈ, ਨਿਰਮਲ ਹੈ, ਜਰਨੈਲ ਹੈ, ਰਵਿੰਦਰ ਹਬੋਰ ਹੈ ਜਾਂ ਆਪਣੇ ਨਾਲ ਦੇ ਜਿੰਨੇ ਵੀ ਸਾਥੀ ਉਰੇ ਹੈ ਤਾਂ ਪਲੀਜ਼ ਸਾਨੂੰ ਅੱਜ ਦਾ ਦਿਨ ਜਿਹੜਾ ਹੈਗਾ ਹੁਣ ਇੱਕ ਵਾਰ ਤੁਸੀਂ ਫੋਨ ਨਾ ਕਰਿਓ ਜੀ। ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਉਹ ਜਾਣਕਾਰੀ ਜਿਹੜੀ ਉਹ ਦੱਸਤੀ ਹੈ ਔਰ ਕੱਲ ਈਵਨਿੰਗ ਤੱਕ ਅਸੀਂ ਨੇ ਇਸੇ ਵਰਕ ਦੇ ਵਿੱਚ ਜਿਹੜਾ ਹੈਗਾ ਉਹ ਕੰਟੀਨਿਊ ਰਹਿਣਾ ਹੈਗਾ। ਤਾਂ ਇਹ ਕੰਟੀਨਿਊ ਵਰਕ ਅਸੀਂ ਕੱਲ ਈਵਨਿੰਗ ਤੱਕ ਕਰਨਾ। ਸੋ ਏਕਾ ਵਿਸ਼ਵਾਸ ਔਰ ਸਾਥ ਬਣਾ ਕੇ ਰੱਖਿਓ ਜੇ। ਬਹੁਤ ਹੀ ਜਲਦ ਜਿਹੜਾ ਹੈਗਾ ਆਪਾਂ ਜਿਹੜਾ ਇਹ ਇਤਿਹਾਸਿਕ ਜਿੱਤ ਦਾ ਜਿਹੜਾ ਝੰਡਾ ਜਿਹੜਾ ਹੈਗਾ ਉਹ ਆਪਾਂ ਗੱਡਣੇ ਵਾਲੇ ਆ। ਸੋ ਅਗਲੀਆਂ ਜਿਹੜੀਆਂ ਕੁਝ ਗੱਲਾਂ ਹੈ ਉਹ ਤੁਹਾਡੇ ਨਾਲ ਦੀਪਕ ਜੀ ਜਿਹੜਾ ਉਹ ਕਰਨਗੇ। ਸਾਥੀਓ ਜੀ ਤੁਹਾਨੂੰ ਸਾਰਾ ਵਧੀਆ ਡੀਪਲੀ ਆਪਣੇ ਕਾਨੂੰਨੀ ਸਲਾਹਕਾਰ ਜਰਨੈਲ ਨਾਗਰਾ ਨੇ, ਨਿਰਮਲ ਜੀਰਾ ਔਰ ਸੁਲਿੰਦਰ ਕੰਬੋਜ ਜੀ ਨੇ ਸਾਰਾ ਕੁਝ ਤੁਹਾਨੂੰ ਦੱਸਤਾ ਹੈ। ਤਾਂ ਸਾਥੀਓ ਕੁਝ ਸਾਥੀਆਂ ਦੇ ਜਿਹੜੇ ਉਹ ਮੈਸੇਜ ਆ ਰਹੇ ਸੀਗੇ ਕਿ ਇਹ ਯੂਨੀਅਨ ਜਿਹੜੀ ਹੈ ਉਹ 2364 ਨੂੰ ਪੂਰਾ ਨਹੀਂ ਕਰਵਾ ਰਹੀ, 6635 ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖਤਾ। ਤਾਂ ਸਾਥੀਓ ਹਾਲ ਦੀ ਘੜੀ ਦੇ ਵਿੱਚ ਇੱਕ ਯੂਨੀਅਨ ਜਿਹੜੀ ਹੈ ਉਹ ਓਨਲੀ ਈਟੀਟੀ ਹੈ। ਤਾਂ ਈਟੀਟੀ ਦੇ ਲਈ ਹੀ 5 ਸਾਲ ਜਿਹੜਾ ਹੈ ਉਹ ਅਸੀਂ ਸਾਰਿਆਂ ਨੇ ਸੰਘਰਸ਼ ਕਰਿਆ ਹੈ। ਈਟੀਟੀ ਨੂੰ ਬਰਬਾਦ ਕਰਨ ਦੇ ਵਾਸਤੇ ਨਹੀਂ ਗਾ ਸੰਘਰਸ਼ ਕਰਿਆ, ਕਿਉਂਕਿ ਜਿਹੜੀ ਐਨਸੀਟੀ ਦੇ ਰੂਲਾਂ ਰਾਹੀਂ ਬੀਐਡ ਆਪਣੇ ਵਿੱਚ ਐਂਟਰੀ ਹੋ ਰਹੀ ਸੀ ਉਹਨਾਂ ਨੂੰ ਬਾਹਰ ਕਰਾਉਣ ਦੇ ਲਈ ਆਪਾਂ ਜਿਹੜੇ ਅੱਜ ਤੱਕ ਜਿਹੜੇ ਉਹ ਵੜੇ ਹੋਏ ਆ, ਕਿਉਂਕਿ ਈਟੀਟੀ ਦੀ ਪੋਸਟ ਹੈ ਅਸੀਂ ਬੀਐਡ ਨੂੰ ਇਸ ਤੇ ਐਂਟਰੀ ਨਹੀਂ ਹੋਣ ਦੇਣੀ। ਤਾਂ ਦੂਸਰੀ ਗੱਲ ਤੁਹਾਨੂੰ ਇਹ ਦੱਸ ਦਿਆਂ ਕਿ ਹੁਣ ਬੀਐਡ ਵਾਲਿਆਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਤੱਥ ਨਹੀਂ ਹੈਗਾ ਵੀ ਉਹ ਬੀਐਡ ਨੂੰ ਜਿਹੜੀ ਈਟੀਟੀ ਦੇ ਪੋਸਟ ਤੇ ਜਿਹੜਾ ਉਹ ਐਲੀਜੀਬਲ ਕਰਵਾ ਸਕਣ। ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਜੋਧਪੁਰ ਹਾਈ ਕੋਰਟ ਦੇ ਵੱਲੋਂ ਜੋ ਡਿਸੀਜਨ ਆਇਆ ਸੀਗਾ ਉਸ ਰਿਲੇਟਡ ਜੋ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸਾਥੀਓ, ਜੱਜ ਸਾਹਿਬ ਨੇ ਆਫਰ ਲੈਟਰ ਦੇਣ ਲਈ ਓਨਲੀ ਬੀਐਸਟੀਸੀ ਨੂੰ ਜਿਹੜਾ ਆਰਡਰ ਕੀਤੇ ਹੋਏ ਨੇ ਤੇ ਉਹੀ ਅੱਜ ਦੁਬਾਰਾ ਜੱਜ ਸਾਹਿਬ ਨੇ ਆਪਣੇ ਹਾਈ ਕੋਰਟ ਦੇ ਵਿੱਚ ਵੀ ਇਹੋ ਹੀ
ਗੱਲ ਕਹੀ ਹੈ, ਜਦੋਂ ਸੁਪਰੀਮ ਕੋਰਟ ਦੇ ਵਿੱਚ ਸਟੇ ਨਹੀਂ ਹੋ ਸਕਦਾ ਤੇ ਹਾਈ ਕੋਰਟ ਦੇ ਵਿੱਚ ਸਟੇ ਕਿਵੇਂ ਹੋ ਸਕਦਾ ਹੈ? ਅੱਜ ਆਪਣੇ ਆਫਰ ਲੈਟਰ ਜਿਹੜੇ ਆ ਸਟੇ ਟੁੱਟ ਜਾਣਾ ਸੀਗਾ, ਪਰੰਤੂ ਸਾਥੀਓ ਤੁਹਾਨੂੰ ਇਹ ਮੈਂ ਗੱਲ ਕਰਦੇ ਆ ਕਿ ਜਿਹੜੀ ਨਵੀਆਂ ਤੋਂ ਨਵੀਆਂ ਆਡੀਓ ਪਾ ਕੇ ਗੱਲ ਕਰ ਰਿਹਾ ਕਿ ਸਾਡੇ ਨਾਲ ਸਮਝੌਤਾ ਆ ਕੇ ਜਿਹੜੀ ਈਟੀਟੀ ਯੂਨੀਅਨ ਦੇ ਆਗੂ ਹੈਗੇ ਉਹ ਕਰ ਲੈਣ, 200-250 ਸਾਡਾ ਬੰਦਾ ਲੱਗਦਾ ਹੈ ਤਾਂ ਸਾਨੂੰ ਬੈਠ ਕੇ ਜਿਹੜੀ ਉਹ ਗੱਲਬਾਤ ਕਰ ਲੈਣੀ ਚਾਹੀਦੀ ਹੈ। ਹਾਂ, ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਇੱਥੋਂ ਤੁਹਾਨੂੰ ਸਾਰਾ ਕੁਝ ਸਪਸ਼ਟ ਹੋ ਰਿਹਾ ਹੈ ਕਿ ਬੀਐਡ ਜਿਹੜੀ ਹੈ ਉਹ ਮੁੱਢ ਤੋਂ ਹੀ ਸਾਰੀ ਜਿਹੜੀ ਹੈ ਈਟੀਟੀ ਦੇ ਵਿੱਚੋਂ ਆਊਟ ਹੋ ਰਹੀ ਹੈ, ਕਿਉਂਕਿ ਜਿਹੜੀ ਅੱਜ ਸਮਝੌਤਿਆਂ ਦੀ ਗੱਲ ਹੋ ਰਹੀ ਹੈ ਕਿ ਇੱਥੋਂ ਤੁਹਾਨੂੰ ਸਾਰਿਆਂ ਨੂੰ ਕਨਫਰਮ ਹੋਣਾ ਚਾਹੀਦਾ ਹੈ ਕਿ ਬੀਐਡ ਜਿਹੜੀ ਹੈ ਉਹ ਆਊਟ ਹੋ ਚੁੱਕੀ ਹੈ। ਸਿਰਫ ਇੱਕ ਛੋਟਾ ਮੈਟਰ ਜਿਹੜਾ ਹੈ ਉਹ ਇੱਕ ਬੋਰਡ ਦਾ ਮੈਟਰ ਜਿਹੜਾ ਉਹ ਆ ਕੇ ਜਿਹੜਾ ਵਿੱਚ ਇਸ਼ੂਜ਼ ਜਿਹੜਾ ਨਹੀਂ ਸੀਗਾ ਉਹ ਵੀ ਆ ਕੇ ਜਿਹੜਾ ਉਹ ਖੜਾ ਹੋ ਗਿਆ, ਪਰੰਤੂ ਇਹ ਕੋਈ ਐਡਾ ਵੱਡਾ ਮੈਟਰ ਨਹੀਂਗਾ। ਅਸੀਂ ਡਿਪਾਰਟਮੈਂਟ ਦੇ ਨਾਲ ਵੀ ਗੱਲ ਕਰੀ ਹੈ, ਡਾਇਰੈਕਟਰ ਸਾਹਿਬ ਦੇ ਨਾਲ, ਐਡਵੋਕੇਟ ਜਿਹੜੇ ਆਪਣੇ ਪ੍ਰਾਈਵੇਟ ਹੈਗੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰੀ ਹੈ, ਤਾਂ ਸਾਥੀਓ ਆਪਦੀ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਕਿ 6635 ਜਿਹੜੀ ਹੈ ਓਨਲੀ ਈਡੀਡੀ ਦੀ ਜਿਹੜੀ ਭਰਤੀ ਹੈ ਉਹ ਸਾਡੀ ਹੋਊਗੀ। 18 ਤਰੀਕ ਤੱਕ ਅਸੀਂ ਬੋਰਡ ਤੇ ਵੀ ਜਿਹੜੇ ਆ ਸਬੂਤ ਜਿਹੜੇ ਆ ਉਹ ਆਦੇ ਜਿਹੜੇ ਤੱਥ ਹੈ ਉਹ ਅਸੀਂ ਪੂਰੇ ਜਿਹੜੇ ਕੰਪਲੀਟ ਕਰਾਂਗੇ ਤੇ ਜਿੰਨਾ ਤੱਕ ਵੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਦਿਨ ਰਾਤ ਇੱਕ ਕਰਕੇ ਇਹ ਭਰਤੀ ਨੂੰ ਜਿਹੜਾ ਓਨਲੀ ਈਡੀਡੀ ਦੀ ਟੈਟ ਦੇ ਪਾਸ ਦੇ ਜਿਹੜੇ ਆ ਸਾਡੇ ਸਾਥੀ ਹੈਗੇ ਉਹ ਭਰਤੀ ਜਿਹੜੀ ਆ ਕੰਪਲੀਟ ਕਰਵਾਵਾਂਗੇ। ਨਵਾਂ ਇਸ਼ਤਿਹਾਰ ਵੀ ਜਿਹੜਾ ਸਾਥੀਓ ਇੱਥੇ ਮੈਂ ਗੱਲ ਕਰਦੇ ਆ, ਜੇਕਰ ਆਪਾਂ ਚਾਹੁੰਦੇ ਆ ਵੀ ਤੁਹਾਡੇ ਕੋਲ ਭਰਤੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਭਰਤੀ ਕੰਪਲੀਟ ਨਹੀਂ ਕਰਾਉਣਾ ਚਾਹਦੇ, ਕਿਉਂਕਿ ਇਹ ਇਸ਼ੂਜ਼ ਜਿਹੜੇ ਆ ਐਨਸੀਡੀ ਦੇ ਰੂਲਾਂ ਦੇ ਕਰਕੇ ਲੱਗੇ ਹੋਏ ਨੇ ਤੇ ਭਰਤੀ ਤਾਂ ਨਹੀਂ ਕੰਪਲੀਟ ਹੋ ਰਹੀ, ਪਰ ਉਹ ਵੀ ਇਸ਼ੂਜ਼ ਜਿਹੜੇ ਆ ਉਹ ਖਤਮ ਹੋ ਚੁੱਕੇ ਨੇ। ਆਪਾਂ ਨਵੀਂ ਭਰਤੀ ਵੀ ਲੈਣੀ ਹੈ, ਜਦੋਂ ਇਹ ਸਟੇ ਟੁੱਟੂਗਾ ਤੇ ਆਪਣੀ ਜਿਹੜੀ ਅਗਲੀ ਭਰਤੀ ਜਿਹੜੀ ਆਊਗੀ 5994 ਆ, ਉਸ ਤੇ ਕੋਈ ਵੀ ਜਿਹੜਾ ਕੇਸ ਜਿਹੜਾ ਉਹ ਨਹੀਂ ਲੱਗੂਗਾ, ਕਿਉਂਕਿ ਸਭ ਤੋਂ ਅੱਜ ਔਖੇ ਹੋ ਲਾਂਗੇ ਆਪਾਂ, ਚਾਹੇ ਤਰੀਕ ਇੱਕ ਹੋਰ ਪੈ ਜਾਏ, ਪਰ ਬੀਐਡ ਜਿਹੜੀ ਆ ਆਊਟ ਹੋ ਜੂਗੀ। ਆਪਣੀ ਜਿਹੜੀ ਅਗਲੀ ਭਰਤੀ ਆਊਗੀ 5994 ਬਿਲਕੁਲ ਫਰੈਸ਼ ਜਿਹੜੀ ਹੈ ਈਟੀਡੀ ਦੀ ਆਊਗੀ। ਤਾਂ ਇਸ ਲਈ ਸਾਥੀਓ ਹੌਸਲਾ ਜਿਹੜਾ ਹੈ ਉਹ ਬਣਾ ਕੇ ਰੱਖਣਾ ਹੈ, ਘਬਰਾਉਣ ਦੀ ਜ਼ਰੂਰਤ ਨਹੀਂ ਗੀ। ਠੀਕ ਹੈ, ਸਮਾਂ ਜ਼ਰੂਰ ਲੱਗ ਚੁੱਕਿਆ ਹੈ ਵੀ ਤੁਸੀਂ ਵੀ ਘਬਰਾਉਂਦੇ ਹੋ ਵੀ ਆਪਾਂ ਨੂੰ ਜਲਦੀ ਜਿਹੜਾ ਜੁਆਇਨਿੰਗ ਲੈਟਰ ਮਿਲਣ, ਇਹ ਗੱਲ ਤੁਹਾਡੀ ਸਹੀ ਹੈ, ਪਰ ਕੁਝ ਅੜਿਚਣਾ ਇਸ ਤਰ੍ਹਾਂ ਦੀਆਂ ਨੇ ਕਿ ਆਪਾਂ ਜਿਹੜੇ ਆਪਣੇ ਤੋਂ ਜਿਹੜਾ ਉਹ ਵਸ ਦੇ ਵਿੱਚ ਨਹੀਂ ਗਿਆ। ਇਸ ਕਰਕੇ ਸਾਥੀਓ ਹੌਸਲਾ ਬਣਾ ਕੇ ਰੱਖੋ, ਬਹੁਤ ਹੀ ਜਲਦੀ ਜਿਹੜਾ ਉਹ ਆਪਾਂ ਜਿਹੜੀ ਜਿੱਤ ਹੈ ਉਹ ਪ੍ਰਾਪਤ ਕਰਾਂਗੇ, ਤੁਹਾਡੇ ਸਾਥ ਦੇ ਨਾਲ ਕਰਾਂਗੇ। ਤਾਂ ਸਾਥੀਓ ਜਿਹੜੀ ਈਟੀਟੀ ਯੂਨੀਅਨ ਹੈ ਪੂਰੀ ਸਟੇਟ ਹੈ ਉਹ ਆਦੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ ਕਿ ਈਟੀਟੀ ਸਾਥੀਆਂ ਨੂੰ ਜਿਹੜਾ ਉਹ ਈਟੀਟੀ ਦੀ ਪੋਸਟ ਜਿਹੜਾ ਉਹਨਾਂ ਨੂੰ ਲਵਾਈਏ ਤੇ ਸਕੂਲਾਂ ਦੇ ਵਿੱਚ ਜੁਆਇਨ ਕਰਵਾਈਏ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਗਭਗ ਮੈਂ ਸਭ ਦੇ ਜਿਹੜੇ ਆ ਕਮੈਂਟ ਪੜ੍ਹ ਹੀ ਰਿਹਾ ਸੀਗਾ ਤੇ ਅੱਜ ਜਿਹੜਾ ਗਾ ਆਪਣੇ ਵਕੀਲਾਂ ਦੇ ਵੱਲੋਂ ਜਿਹੜਾ ਪ੍ਰੋਪਰ ਜਿਹੜਾ ਗਾ ਆਪਣਾ ਪ੍ਰੂਫ ਆ ਤੇ ਐਵੀਡੈਂਸ ਆ ਉਹ ਰੱਖਿਆ ਗਿਆ ਗਾ ਤੇ ਉਸ ਤੋਂ ਬਾਅਦ ਜਿਹੜਾ ਅਸਲ ਦੇ ਵਿੱਚ ਜਿਹੜਾ ਗਾ ਜੱਜ ਸਟੇ ਬ੍ਰੇਕ ਕਰਨ ਲਈ ਤਿਆਰ ਸੀ ਤੇ ਗੱਲ ਵੀ ਚੱਲਦੀ ਸੀ ਹੀਰਿੰਗ ਦੇ ਵਿੱਚ, ਤੇ ਪਰ ਜਿਹੜਾ ਗਾ ਐਟ ਏ ਟਾਈਮ ਬੀਐਡ ਵਾਲਿਆਂ ਨੇ ਜਿਹੜਾ ਆਪਣਾ ਬੋਰਡ ਆ ਭਰਤੀ ਦੇ ਉੱਤੇ ਜਿਹਦੇ ਕਰਕੇ 2364 ਸਟਕ ਹੋਈ ਆ ਉਸ ਦੀ ਗੱਲ ਕੀਤੀ। ਇੱਥੇ ਆਪਣੇ ਨਾ ਤਾਂ ਕਿਸੇ ਵਕੀਲਾਂ ਦਾ ਕਸੂਰ ਆ ਤੇ ਨਾ ਹੀ ਜਿਹੜਾ ਗਾ ਜਥੇਬੰਦੀ ਦਾ ਕਸੂਰ ਆ। ਸਾਥੀਓ ਜਿਹੜੇ ਆਪਣੇ ਕਮੈਂਟ ਮੈਂ ਪੜ੍ਹ ਰਿਹਾ ਸੀ, ਜੇ ਕਿਸੇ ਸਾਥੀ ਨੂੰ ਲੱਗਦਾ ਗਾ ਵੀ ਤੁਸੀਂ ਸਾਡੇ ਜਾਂ ਕਾਨੂੰਨੀ ਸਲਾਹਕਾਰ ਤੋਂ ਵਧੀਆ ਜਾਂ ਸਾਡੀ ਸਟੇਟ ਕਮੇਟੀ ਤੋਂ ਵਧੀਆ ਪਰਫਾਰਮ ਕਰ ਸਕਦੇ ਹੋ ਤਾਂ ਤੁਸੀਂ ਸਾਡੇ ਨਾਲ ਆਓ, ਆਪਾਂ ਬੈਠ ਕੇ ਗੱਲ ਕਰਾਂਗੇ ਤੇ ਸਾਡੇ ਨਾਲ ਆ ਕੇ ਕੰਮ ਕਰੋ। ਭਾਈ ਸਾਨੂੰ ਵੀ ਜੌਬ ਚਾਹੀਦੀ ਆ ਤੇ ਤੁਹਾਨੂੰ ਵੀ ਜੌਬ ਚਾਹੀਦੀ ਆ, ਠੀਕ ਹੈ। ਜੇ ਤੁਹਾਡੇ ਸਾਥ ਨਾਲ ਜੇ ਸਾਨੂੰ ਜੌਬ ਮਿਲ ਜੂਗੀ ਤਾਂ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਦੋ ਰਾਏ ਹੈਗੀ ਆ। ਸੋ ਸਾਥੀਓ ਅੱਜ ਜਿਹੜਾ ਵੀ ਸਾਥੀ ਨੂੰ ਕੋਰਟ ਦੇ ਬਾਰੇ ਜ਼ਿਆਦਾ ਪਤਾ ਗਾ ਤਾਂ ਸਾਡੇ ਨਾਲ ਆ ਕੇ ਕੰਮ ਕਰੇ। ਗਰੁੱਪਾਂ ਦੇ ਵਿੱਚ ਆਪਾਂ ਜਿਹੜਾ ਗਾ ਇਸ ਤਰ੍ਹਾਂ ਦਾ ਬੋਲਣ ਤੋਂ ਗਰੇਜ਼ ਕਰੀਏ ਤੇ ਲਾਈਵ ਚੈਟ ਦੇ ਵਿੱਚ ਵੀ ਗਰੇਜ਼ ਕਰੀਏ, ਇਕੱਠੇ ਹੋਈਏ, ਭਰਤੀ ਆਪਾਂ ਨੇ ਪੂਲ ਚੜਾਉਣੀ ਆ, ਠੀਕ ਹੈ। ਅੱਜ ਬੜਾ ਵੱਡਾ ਕਾਰਨ ਬਣ ਗਿਆ ਸੀ, ਸਟਕ ਡਾਊਨ ਵਾਲੀ ਗੱਲ ਆ ਜਿਹੜੀ ਹੋਣ ਲੱਗੀ ਸੀ, ਹੋ ਚੁੱਕੀ ਸੀ ਲਗਭਗ, ਪਰ ਐਟ ਏ ਟਾਈਮ ਆਪਣੇ ਵਕੀਲਾਂ ਨੇ ਉੱਥੇ ਜਾ ਕੇ ਜਿਹੜਾ ਮੈਟਰ ਸੰਭਾਲਿਆ, ਠੀਕ ਹੈ। ਸਪੈਸ਼ਲ ਜਿਹੜਾ ਆਪਣੇ ਇੱਥੇ ਲਾਈਵ ਚੈਟ ਦੇ ਵਿੱਚ ਸਾਥੀ ਬੋਲ ਰਹੇ ਸੀਗੇ ਵੀ ਜਿਹੜਾ ਆਤਮਾ ਰਾਮ ਹੈ ਜਾਂ ਜੇ ਉਹ ਭਾਈ ਤੁਹਾਡੀ ਆਤਮਾ ਰਾਮ ਦੇ ਕਰਕੇ ਹੀ ਜਿਹੜਾ ਅੱਜ ਆਪਾਂ ਐਕਟਿਵ ਮੋਡ 'ਚ ਬੈਠੇ ਆ, ਆਪਣੀ ਭਰਤੀ ਦਾ ਪ੍ਰੋਸੈਸ ਜਿਹੜਾ ਹੁਣ ਐਕਟਿਵ ਆ ਤਾਂ ਆਤਮਾ ਰਾਮ ਤੇ ਹਰ ਅਵਤਾਰ ਸੈਣੀ ਕਰਕੇ ਹੀ ਆ, ਨਹੀਂ ਤਾਂ ਕੰਮ ਹੋ ਚੱਲਿਆ ਸੀ। ਸੋ ਸਾਥੀਓ ਤੁਹਾਨੂੰ ਅਪੀਲ ਆ ਵੀ ਭਾਈ ਲਾਈਵ ਚੈਟ ਦੇ ਵਿੱਚ ਬੋਲਣਾ ਬੜਾ ਸੌਖਾ ਗਾ, ਸਾਡੇ ਨਾਲ ਆਓ, ਚੰਡੀਗੜ੍ਹ ਆ ਕੇ ਸਾਡੇ ਨਾਲ ਤੁਸੀਂ ਖੁਦ ਕੰਮ ਕਰਕੇ ਦੇਖੋ ਵੀ ਅਸਲ ਦੇ ਵਿੱਚ ਗਰਾਊਂਡ ਦੀ ਰਿਐਲਿਟੀ ਕੀ ਆ।
ਠੀਕ ਆ ਨਾ। ਤੇ ਸਾਥੀਓ ਨਾਲ ਚੱਲੋ ਸਾਡੇ, ਸਾਨੂੰ ਵੀ ਜੌਬ ਚਾਹੀਦੀ ਆ ਤੇ ਤੁਹਾਨੂੰ ਵੀ ਚਾਹੀਦੀ ਆ। ਅਸੀਂ ਆਪਦੇ ਵੱਲੋਂ ਜਿਹੜਾ 101% ਜਿਹੜਾ ਗਾ ਕਰ ਰਹੇ ਆਂਗੇ, ਪਰ ਜੇ ਤੁਸੀਂ ਜ਼ਿਆਦਾ ਵਧੀਆ ਪਰਫਾਰਮ ਕਰੋਗੇ ਤਾਂ ਭਾਈ ਆਓ ਸਾਡੇ ਨਾਲ, ਆਪਾਂ ਰਲ ਮਿਲ ਕੇ ਕੰਮ ਕਰੀਏ ਤੇ ਭਰਤੀ ਆ ਜਿਹੜੀ 435 ਤੇ 2364 ਜਿਹੜੀ ਆਪਣੀ ਜਿਵੇਂ ਅੜੀ ਹੋਈ ਆ, ਆਪਾਂ ਉਹਨੂੰ ਪੂਲ ਚੜਵਾਈਏ। ਅਸੀਂ ਜਿਹੜਾ ਗਾ ਇਸ ਦਾ ਹੱਲ ਵੀ ਜਿਹੜਾ ਬੋਰਡ ਵਾਲਾ ਮੈਟਰ ਹੈਗਾ ਉਹ ਜਿਹੜਾ ਜਲਦੀ ਕਢਵਾਵਾਂਗੇ। ਬਾਕੀ ਇੱਕ ਗੱਲ ਤੁਹਾਨੂੰ ਮੈਂ ਹੁਣ ਹੋਰ ਦੱਸ ਦਵਾਂ ਲਾਸਟ ਤੇ, ਜਿਹੜਾ ਅੱਜ ਕੋਰਟ ਦੇ ਵਿੱਚ ਮਸਲਾ ਗਾ ਉਹ ETT B.Ed ਦਾ ਨਹੀਂ ਸੀ ਰਿਹਾ। ETT ਦੇ ਪੱਖ ਦੇ ਵਿੱਚ ਲਗਭਗ ਸਭ ਕੁਝ ਆ ਹੀ ਗਿਆ ਸੀ ਤੇ ਸਟੇ ਤੋੜਨ ਦੀ ਗੱਲ ਵੀ ਜਿਹੜਾ ਹੀਅਰਿੰਗ ਦੇ ਵਿੱਚ ਆਪਣੇ ਜੱਜ ਸਾਹਿਬ ਦੁਆਰਾ ਜਿਹੜਾ ਕੀਤੀ ਜਾ ਰਹੀ ਸੀ, ਪਰ ਮੌਕੇ ਦੇ ਉੱਤੇ ਜਿਹੜਾ ਲਾਸਟ ਆਰਗੂਮੈਂਟ ਆ ਜਿਹੜਾ ਆਪਣਾ ਬੋਰਡ ਵਾਲਾ ਉਹ ਬਣ ਗਿਆ, ਜਿਹਦੇ ਕਰਕੇ ਹੁਣ 18 ਤਰੀਕ ਤੱਕ ਦਿੱਤੀ ਹੈਗੀ ਅਪ੍ਰੈਲ 18 ਅਪ੍ਰੈਲ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਗਾ ਡਿਪਾਰਟਮੈਂਟ ਨੇ ਵੀ ਤੇ B.Ed ਵਾਲਿਆਂ ਨੇ ਵੀ ਇਹਦੇ ਸੰਬੰਧੀ ਜਿਹੜਾ ਗਾ ਸਬੂਤ ਪੇਸ਼ ਕਰਨੇ ਆ। ਸੋ ਸਾਥੀਓ ਧੰਨਵਾਦ ਸਭ ਦਾ, ਲਾਈਵ ਤੇ ਜੁੜੇ ਰਹੇ ਸਾਥੀਓ। ਆਪਣੇ ਲਾਈਵ ਚੈਟ ਦੇ ਉੱਤੇ ਵੀ ਜ਼ਿਆਦਾਤਰ B.Ed ਵਾਲੇ ਸਾਥੀ ਬੋਲਦੇ ਆ, ਉਹਨਾਂ ਦੇ ਕਿਸੇ ਦੇ ਮਗਰ ਨਾ ਲੱਗੋ, ਆਪਦੇ ਦਿਮਾਗ ਨਾਲ ਚੱਲੋ। ਤੁਹਾਡੀ ਜਥੇਬੰਦੀ ਤੁਹਾਡੇ ਲਈ ਬੜਾ ਵਧੀਆ ਪਰਫਾਰਮ ਕਰ ਰਹੀ ਹੈਗੀ, ਪਰ ਫਿਰ ਵੀ ਜੇ ਤੁਹਾਨੂੰ ਲੱਗਦਾਗਾ ਵੀ ਕਿਤੇ ਨਾ ਕਿਤੇ ਕੋਈ ਦਿੱਕਤ ਆ ਤਾਂ ਜ਼ਰੂਰ ਆ ਕੇ ਸਾਡੇ ਨਾਲ ਚੱਲੋ। ਸਾਥੀਓ ਇੱਕ ਤੁਸੀਂ CM ਦੇ ਬਾਰੇ ਵਿੱਚ ਗੱਲ ਕਰ ਰਹੇ ਸੀਗੇ, ਤਾਂ ਦੇਖੋ 9 ਤੋਂ 17 ਤਰੀਕ ਤੱਕ ਜਿਹੜੀਆਂ ਉਹ ਕੋਰਟ ਦੇ ਵਿੱਚ ਛੁੱਟੀਆਂ ਨੇ। ਸੋ ਜਿਵੇਂ ਹੀ ਹੋਲੀਡੇਜ਼ ਖਤਮ ਹੋ ਰਹੀਆਂ ਤਾਂ ਫਸਟ ਡੇ ਜਿਹੜਾ ਉਹ ਆਪਣੀ ਹੀਅਰਿੰਗ ਹੈ। ਸੋ ਇਹ ਪੋਸੀਬਲ ਨਹੀਂ ਹੈ ਕਿ ਤੁਸੀਂ ਜਿਹੜਾ CM ਲਗਾ ਕੇ ਜਿਹੜਾ ਤਰੀਕ ਨੇੜੇ ਜਿਹੜੀ ਹੈ ਉਹ ਲਓ, ਤਾਂ ਇਹ ਆਪਣੇ ਵਾਸਤੇ ਜਮਾ ਜਿਹੜਾ ਹੈ ਉਹ ਪੋਸੀਬਲ ਨਹੀਂ ਹੈ। ਛੁੱਟੀਆਂ 10 ਲਗਭਗ ਛੁੱਟੀਆਂ ਜਿਹੜੀਆਂ ਕੋਰਟ ਦੇ ਵਿੱਚ ਉਹ ਕੋਰਟ ਦੇ ਵਿੱਚ ਜਿਹੜਾ ਛੁੱਟੀਆਂ ਹੈਗੀਆਂ। ਸੋ ਇਹ ਤੁਹਾਡੇ ਜਾਣਕਾਰੀ ਹਿੱਤ ਸੀਗਾ। ਸੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਭ ਨੇ, ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ। ਲਾਸਟ ਗੱਲ, ਆਪਾਂ ਜਿਹੜਾ ਆਪਣਾ ਜਿਹੜਾ B.Ed ਵਾਲਾ ਗਰੁੱਪ ਹੈਗਾ ਆਪਾਂ ਨੂੰ ਬੜਾ ਗੁੰਮਰਾਹ ਕਰ ਰਿਹਾ, ਉਸ ਚੀਜ਼ ਤੋਂ ਬਚੋ, ਆਪਦੀ ਜਥੇਬੰਦੀ ਨਾਲ ਚੱਲੋ, ਕਿਉਂਕਿ ETT ਵਾਲਿਆਂ ਨੇ ਤੁਹਾਨੂੰ ਪੋਸਟਾਂ ਦਵਾਈਆਂ ਨੇ ਤੇ ਅੱਗੇ ਵੀ ਜਿਹੜਾ ਗਾ ETT ਹੀ ਵਾਲੀ ਯੂਨੀਅਨ ਹੀ ਤੁਹਾਨੂੰ ਜਿਹੜੀ ਆ ਤੁਹਾਡੀ ਬੇੜੀ ਬੰਨੇ ਲਾਊਗਾ। ਧੰਨਵਾਦ ਜੀ ਸਭ ਦਾ।